बिस्मिल्लाहिर्रहमानिर्रहीम, अस्सलाम वालेकुम। राज़ी तुसीं देख रहे हो मेरा प्रोग्राम जाग मेरे पंजाब और मैं ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਜ ਦੇ ਪ੍ਰੋਗਰਾਮ ਵਿੱਚ ਭਾਰਤੀ ਮੀਡੀਆ ਦੇ ਇੱਕ ਹੋਰ ਝੂਠ ਨੂੰ ਨੰਗਾ ਕਰਕੇ ਲਿੱਤਰ ਮਾਰਾਂਗੇ ਤੇ ਨਾਲੇ ਪਾਕਿਸਤਾਨ ਵਿੱਚ ਭਾਰਤ ਦੀ ਪ੍ਰੌਕਸੀ ਵਾਰ ਦਾ ਵੀ ਪੋਸਟਮਾਰਟਮ ਕਰਾਂਗੇ। ਨਾਲ ਹੀ ਨਾਲ ਪੀਟੀਆਈ ਤੋਂ ਜੁੜੇ ਬਹੁਤ ਸਾਰੇ ਸਵਾਲ ਨੇ, ਉਹ ਮੇਰੇ ਜ਼ਿਹਨ 'ਚ ਮੌਜੂਦ ਨੇ ਤੇ ਉਹਨਾਂ ਦੇ ਉੱਤੇ ਵੀ ਗੱਲਬਾਤ ਜਿਹੜਾ ਨਾ ਹੋਏਗੀ। ਲੇਕਿਨ ਸਭ ਤੋਂ ਪਹਿਲੇ ਗੱਲ ਕਰ ਲੈਂਦੇ ਹਾਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀ ਨਵੀਂ ਲਹਿਰ ਦੀ। भारत की सरपरस्ती में सरगर्म दहशतगर्द गिरोह मीडिया ते दहशतगर्दी का गठजोड़ बेनकाब हो गया है। रवायती जंग में शिकस्त तो बाद भारत ने एक बार फिर अपनी प्रॉक्सी तंजीमां नूं लालच ते पैसे के प्रोपोगेंडे नाल दोबारा मुतहरक कर दिता है। भारतीय हमायत याफ्ता दहशतगर्दां ने बलोचिस्तान में छोटे छोटे बच्चों ते बुज़दिलाना हमला करके न सिर्फ इंसानियत नूं शर्मसार किया है बल्कि भारत के काले करतूतां दा भी चार्जशीट ਨੂੰ ਵੀ ਮਜ਼ੀਦ ਬੇਨਕਾਬ ਕਰ ਦਿੱਤਾ ਹੈ। ਇਹ ਦਹਿਸ਼ਤਗਰਦ ਗਰੋਹ ਭਾਰਤ ਦੀ ਸ਼ਿਕਸਤ ਦਾ ਬਦਲਾ ਲੈਣ ਲਈ ਬਲੋਚਿਸਤਾਨ ਸਰਜ਼ਮੀਨ ਨੂੰ ਇਸਤੇਮਾਲ ਕਰਦੇ ਨੇ ਜਿੱਥੇ ਇਹਨਾਂ ਨੂੰ ਭਾਰਤ ਦੀ ਬਰਾਹ ਰਾਸਤ ਸਰਪ੍ਰਸਤੀ ਹਾਸਿਲ ਹੁੰਦੀ। BLA ਜੋ ਭਾਰਤ ਦੀ ਸਰਪ੍ਰਸਤੀ ਵਿੱਚ ਜਿਹੜਾ ਨਾ ਉਹ ਚੱਲਣ ਵਾਲਾ ਦਹਿਸ਼ਤਗਰਦ ਗਰੋਹ ਹੈ, ਪਾਕ ਭਾਰਤ ਜਿਹੜਾ ਨਾ ਉਹ ਜੰਗ ਦੇ ਦੌਰਾਨ ਭਾਰਤ ਨੂੰ ਸਰਿਆਮ ਸਪੋਰਟ ਕਰਦਾ ਨਜ਼ਰ ਆਇਆ। ਬਲੋਚ ਅਵਾਮ ਦੇ ਕਾਤਲ BLA ਦੇ ਪਾਲਤੂ ਦਹਿਸ਼ਤਗਰਦਾਂ ਤੇ ਉਹਨਾਂ ਦੇ ਭਾਰਤੀ ਆਕਾਵਾਂ ਦੇ ਜਿਹੜੇ ਦਿਨ ਨੇ ਨਾ ਉਹ ਗਿਣਤੀ ਤੇ ਰਹਿ ਗਏ ਨੇ ਤੇ ਉਹ ਗਿਣੇ ਜਾ ਚੁੱਕੇ ਨੇ। ਭਾਰਤੀ ਮੀਡੀਆ ਵੀ ਇਸ ਸਿਲਸਿਲੇ ਵਿੱਚ ਮਰਕਜ਼ੀ ਕਿਰਦਾਰ ਅਦਾ ਕਰਦਾ ਪਿਆ। ਬਲੋਚ ਦਹਿਸ਼ਤਗਰਦਾਂ ਨੂੰ ਸਹਾਫੀ ਜਾਂ ਕਾਰਕੁਨ ਬਣਾ ਕੇ ਪੇਸ਼ ਕਰਨਾ, ਇਹਨਾਂ ਨੂੰ ਪਾਕਿਸਤਾਨ ਮੁਖਾਲਿਫ ਏਜੰਡੇ ਦੀ ਤਸ਼ਹੀਦ ਦਾ ਪਲੇਟਫਾਰਮ ਦਿੱਤਾ। ਇਹ ਵੀ ਇਹ ਕੰਮ ਕਰਦੇ ਨੇ ਤੇ ਪਾਕਿਸਤਾਨ ਵਿੱਚ ਹੋਣ ਵਾਲੇ ਹਮਲਿਆਂ ਤੇ ਜਸ਼ਨ ਵੀ ਮਨਾਉਣਾ, ਜਿਵੇਂ ਬੁਲਾਨ ਐਕਸਪ੍ਰੈਸ ਹਮਲਾ ਜਾਂ ਮੁਸਾਫਰਾਂ ਨੂੰ ਬੱਸਾਂ ਤੋਂ ਉਤਾਰ ਕੇ ਮਾਰਨ ਵਾਲੇ ਵਾਕਿਆਤ। ਵਾਜ਼ਿਹ ਹੋ ਚੁੱਕਿਆ ਹੈ ਕਿ ਭਾਰਤੀ ਮੀਡੀਆ ਤੇ ਦਹਿਸ਼ਤਗਰਦ ਤੰਜ਼ੀਮਾਂ ਵਿੱਚ ਗੱਠਜੋੜ ਮੌਜੂਦ ਹੈ। ਤਰਜਮਾਨ ਬਲੋਚਿਸਤਾਨ ਹਕੂਮਤ ਸ਼ਾਹਿਦ ਰਿੰਦ ਸਾਹਿਬ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਜਿਹੜਾ ਨਾ ਇਸ ਟੌਪਿਕ ਦੇ ਉੱਤੇ ਉਹਨਾਂ ਨਾਲ ਪੂਰੀ ਇੱਕ ਤਫਸੀਲੀ ਗੁਫ਼ਤਗੂ ਕਰਦੇ ਆ। ਜੀ ਸ਼ਾਹਿਦ ਰਿੰਦ ਸਾਹਿਬ, ਕੀ ਕਹਿੰਦੇ ਹੋ ਤੁਸੀਂ? ਪਹਿਲੀ ਗੱਲ ਤਾਂ ਇਹ ਕਿ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਹੈ। ਵੈਸੇ ਠੀਕ ਹੈ, ਇਸ ਹਵਾਲੇ ਦੇ ਨਾਲ ਦੱਸਿਓਗਾ कि ਇਹ ਵਾਕਿਆ इसकी वजह की है और क्यों होया? जी, इसकी वजह बहुत वाज़ेह है। हिंदुस्तान को जब हाल ही में ऑपरेशन मारका हक में जिस किस्म की हजीमत का सामना करना पड़ा है, अब वो पाकिस्तान में जिसे कहते हैं अपनी प्रॉक्सीज को इस्तेमाल करके खैबर पख्तूनख्वा और बलूचिस्तान में अमन अमान के हालात खराब करना चाहता है, जिसके लिए आज अजीत डोवल की हिदायत पर उनकी प्रॉक्सीज ने ये कार्रवाई की है। अच्छा शाहिद रिंद साहब, ਇਹਦੇ ਵਿੱਚ ਤਾਂ ਖੈਰ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਇੱਕ ਪ੍ਰੌਕਸੀ ਵਾਰ ਦਾ ਵੀ ਹਿੱਸਾ ਹੈ। ਠੀਕ ਹੈ, ਭਾਰਤ ਕਮ ਜ਼ਰਫ ਜਿਹੜਾ ਨਾ ਉਹ ਇੰਨਾ ਹੋ ਚੁੱਕਿਆ ਹੋਇਆ ਕਿ ਆਪਣੀ اخلاقیات ਨੂੰ ਵੀ ਭੁੱਲ ਚੁੱਕਿਆ ਹੈ। ਠੀਕ ਹੈ, ਇਸ ਟਾਈਮ ਉਹ ਜੰਗੀ ਜਨੂਨ ਦੇ ਵਿੱਚ ਮੁਬਤਲਾ ਹੈ। ਤੁਸੀਂ ਕੀ ਸਮਝਦੇ ਹੋ ਕਿ ਇੰਤਜ਼ਾਮਾਤ ਹੋਰ ਕਿੰਨੇ ਸਖਤ ਹੋਣੇ ਚਾਹੀਦੇ ਹੈ ਬਲੋਚਿਸਤਾਨ ਦੇ ਵਿੱਚ? जी देखिए, बलूचिस्तान में जो लॉ एंड ऑर्डर की सूरत हाल है, गुज़िश्ता 2 दहाइयों से ये सूरत हाल मौजूद है और इस सूरत हाल को माजी की हुकूमतों ने उस तरीके से काबू करने की कोशिश नहीं की। मौजूदा सूबाई हुकूमत ये कोशिश कर रही है कि उस सूरत हाल को बेहतर किया, जिसके लिए प्रोविंशियल एक्शन प्लान तरतीब दिया गया है और काउंटर टेररिज्म के हवाले से एक वाज़ेह पॉलिसी बनाई गई है। अच्छा शाहिद साहब, हमेशा इस तरह होता है कि पाकिस्तान हमेशा अमन का पैगाम देता है। ठीक है, ਪਹਿਲਗਾਮ ਵਾਕਿਆ ਤੇ ਵੀ ਇੰਡੀਆ ਨੇ ਜਿਹੜਾ ਨਾ ਉਹ ਇੱਕ ਰੈੱਡ ਲਾਈਨ ਜ਼ਾਹਿਰ ਕੀਤੀ ਸੀ, ਲੇਕਿਨ ਜਦੋਂ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਹੈ ਤੇ ਅਸੀਂ ਸਿਰਫ ਮੁਜ਼ੰਮਤ ਸ਼ਮਮਤ ਕਰ ਲੈਂਦੇ ਆ, ਬਸ ਇਹਦੇ ਤੇ ਕੋਈ ਸਖਤ ਕੋਈ ਸੀਰੀਅਸ ਐਕਸ਼ਨ ਜਿਹੜਾ ਨਾ ਉਹ ਨਹੀਂ ਲਿਆ ਜਾਂਦਾ। ਔਰ ਇਹ ਜਿਹੜੇ ਮੁੱਠੀ ਭਰ ਜਿਹੜੇ ਦਹਿਸ਼ਤਗਰਦ ਨੇ ਇਹਨਾਂ ਨੂੰ ਕੁਚਲਿਆ ਕਿਉਂ ਨਹੀਂ ਜਾਂਦਾ? ਕਿਉਂਕਿ ਇਹ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਇਹ ਹੁਣ ਦੀਆਂ ਨਹੀਂ ਹੈ ਔਰ ਬਹੁਤ ਪੁਰਾਣੀਆਂ ਨੇ। ਔਰ ਬਲੋਚਿਸਤਾਨ ਦੇ ਵਿੱਚ BLA ਜਿੰਨੀ ਸਰਗਰਮ ਹੈ, ਇਹਨੂੰ ਜਿਹੜਾ ਨਾ ਉਹ ਕਿਸੇ ਕਿਨਾਰੇ ਤੱਕ ਕਿਉਂ ਨਹੀਂ ਪਹੁੰਚਾਇਆ ਜਾ ਰਿਹਾ ਹਜੇ तक? जी देखें, जैसा कि 9 और 10 मई के दौरान हिंदुस्तान को एक क्लियर मैसेज पाकिस्तान की जानिब से दिया गया। माजी में यहाँ बलूचिस्तान में होने वाली कई दहशतगर्दी की कार्रवाइयों में जो मुलव्वस दहशतगर्द हैं उन्हें जहन्नुम वासिल किया गया। तो ये वाज़ेह तौर पर क्लियर स्टांस है गवर्नमेंट ऑफ बलूचिस्तान का, फेडरल गवर्नमेंट का। कोई भी दहशतगर्द तंजीम जो अमन अमान की सूरत हाल को ख़राब करेगी उसके खिलाफ भरपूर कार्रवाई की जाएगी। अच्छा, जंगी हालात ਦੇ ਵਿੱਚ ਜਿਹੜੇ ਨੇ ਉਹ ਹੁਣ ਵੀ ਅਗਰ ਦੇਖਿਆ ਜਾਵੇ ਤਾਂ ਸ਼ਾਹਿਦ ਸਾਹਿਬ ਖਤਰਾ ਹਜੇ ਟਲਿਆ ਨਹੀਂ ਹੈਗਾ। ਠੀਕ ਹੈ, ਇੰਡੀਆ ਹਜੇ ਵੀ ਖੁੱਲਮ ਖੁੱਲਾ ਕਹਿੰਦਾ ਹੈ ਕਿ ਜੀ ਸਾਡੇ ਜਿਹੜੇ ਨੇ ਉਹ ਜੰਗ ਖਤਮ ਨਹੀਂ ਹੋਈ ਤੇ ਜੰਗ ਦੇ ਦੌਰਾਨ ਜਿਹੜਾ ਨਾ ਉਹ ਖਾਸ ਕਿਸਮ ਦੇ ਪ੍ਰੋਟੋਕੋਲ ਹੁੰਦੇ ਹੈ। ਬਲੋਚਿਸਤਾਨ ਦੇ ਵਿੱਚ ਇਸ ਟਾਈਮ ਕਿਸ ਕਿਸਮ ਦੇ ਪ੍ਰੋਟੋਕੋਲਸ ਨੂੰ ਫੋਲੋ ਕੀਤਾ ਜਾ ਰਿਹਾ ਹੈ? जी देखें, आज हमारे बच्चों को निशाना बनाया गया है और वज़ीर आला बलूचिस्तान ने वाज़ेह तौर पे कहा है कि जब बात हमारे बच्चों तक आ गई है
तो कल कोई हमसे भी गिला ना करे, चाहे वो हिंदुस्तान हो या हिंदुस्तान की प्रॉक्सीज हो। ਅੱਛਾ, ਲੇਕਿਨ ਜ਼ੀਰੋ ਟੋਲਰੈਂਸ ਜਿਹੜਾ ਨਾ ਆਪਣੇ ਵੱਲੋਂ ਤਾਂ ਇੱਕ ਕਹਿ ਦਿੱਤਾ ਜਾਂਦਾ ਕਿ ਜੀ ਅਸੀਂ ਤਾਂ ਸਾਡੀ ਸਿਰਫ ਜਿਹੜੀ ਨਾ ਉਹ ਜ਼ੀਰੋ ਟੋਲਰੈਂਸ ਦੀ ਪਾਲਿਸੀ ਹੈ। ਇਹ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਇਹ ਤੁਸੀਂ ਸਮਝਦੇ ਹੋ ਕਿ ਕਾਰਾਮਦ ਹੈਗੀ ਹੈ? देखिए, मैं आपको प्रोविंशियल गवर्नमेंट के डोमेन तक की जो चीजें हैं वो उसको रिस्पॉन्ड कर सकता हूँ। बाकी फेडरल गवर्नमेंट की चीजों को फेडरल गवर्नमेंट और मिनिस्ट्री ऑफ फॉरेन अफेयर्स या फिर इंटीरियर मिनिस्ट्री या फिर मिनिस्ट्री ऑफ डिफेंस बेहतर तरीके से रिस्पॉन्ड कर सकते हैं। ਬਹੁਤ ਸ਼ੁਕਰੀਆ ਸ਼ਾਹਿਰ ਰਿੰਦ ਸਾਹਿਬ, ਤਰਜਮਾਨ ਬਲੋਚਿਸਤਾਨ ਹੁਕੂਮਤ ਸਾਡੇ ਨਾਲ ਸੀ। ਔਰ ਇਹ ਬੜੀ ਇੱਥੇ ਗੱਲ ਵਾਜ਼ਿਹ ਕਰਨਾ ਬੜਾ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਪਹਿਲਗਾਮ ਵਾਕਿਆ ਦੇ ਵਿੱਚ ਇੰਡੀਆ ਵੱਲੋਂ ਜਿਹੜਾ ਨਾ ਉਹ ਇੱਕ ਕਿਸਮ ਦੀ, ਖੈਰ ਉਹਨਾਂ ਵਿੱਚ ਤਾਂ ਟੋਲਰੈਂਸ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਜਿਸ ਤਰ੍ਹਾਂ ਉਹਨਾਂ ਨੇ ਫੌਰਨ ਜਿਹੜਾ ਨਾ ਇਲਜ਼ਾਮ ਲਾਤਾ ਪਾਕਿਸਤਾਨ ਦੇ ਉੱਤੇ, ਤੇ ਪਾਕਿਸਤਾਨ ਨੇ ਖੈਰ ਇੱਕ ਤਹਮੁਲ ਮੁਜ਼ਾਜੀ ਦਾ ਜਿਹੜਾ ਨਾ ਉਹ ਮੁਜ਼ਾਹਰਾ ਕੀਤਾ। ਲੇਕਿਨ ਇਸ ਵਾਕਿਆ ਤੋਂ ਬਾਅਦ ਜਿਹੜਾ ਨਾ ਉਹ ਪਾਕਿਸਤਾਨੀ ਗਵਰਨਮੈਂਟ ਕੀ ਬਲਕਿ DGISPR ਦੀ ਤਰਫੋਂ ਵੀ ਇਹ ਗੱਲ ਵਾਜ਼ਿਹ ਤੌਰ ਤੇ ਕੀਤੀ ਗਈ ਕਿ ਅਸੀਂ ਅਮਨ ਨਾਲ ਪਿਆਰ ਕਰਦੇ ਹਾਂ, ਅਸੀਂ ਅਮਨ ਨੂੰ ਜਿਹੜਾ ਨਾ ਫਰੋਗ ਦਿੰਦੇ ਹਾਂ, ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਅਸੀਂ ਲੜਾਈ ਝਗੜਾ ਕਰੀਏ। ਲੇਕਿਨ ਅਗਰ ਇੰਜ ਨਹੀਂ ਸਹੀ ਤੇ ਫਿਰ ਇੰਜ ਸਹੀ, ਅਗਰ ਤੁਸੀਂ ਜੰਗ ਚਾਹੁੰਦੇ ਆ ਤੇ ਫਿਰ ਜੰਗ ਹੀ ਹੋਏਗੀ, ਕਿਉਂਕਿ ਸਾਡਾ ਖੂਨ ਜਿਹੜਾ ਨਾ ਉਹ ਇੰਨਾ ਸਸਤਾ ਜਿਹੜਾ ਨਾ ਉਹ ਨਹੀਂ ਹੋ ਸਕਦਾ ਕਿ ਸਿਰਫ ਅਗਰ 5 ਲੋਕ ਨੇ ਸਿਰਫ ਮੁਜ਼ੰਮਤ ਕਰ ਸਕਦੇ ਨੇ, ਬਾਕੀ ਜਿਹੜਾ ਨਾ ਉਹਦੇ ਬਾਰੇ ਬੋਲ ਨਹੀਂ ਸਕਦੇ। ਇਸ ਟਾਈਮ ਪੂਰਾ ਮੁਲਕ ਜਿਹੜਾ ਨਾ ਉਹ ਯਕ ਜ਼ੁਬਾਨ ਹੋ ਕੇ ਇਸ ਵਾਕਿਏ ਦੀ ਮੁਜ਼ੰਮਤ ਕਰਦਾ ਔਰ ਫੁੱਲ ਠੋਕ ਵਜਾ ਕੇ ਚੀਜ਼ ਕਹਿੰਦਾ ਹੈ ਕਿ ਅਗਰ ਤੁਸੀਂ ਲੜਨਾ ਚਾਹੁੰਦੇ ਆ तो फिर सामने तो आओ, बल्कि प्रॉक्सी वार ना करो। और ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਜਿਹੜਾ ਨਾ ਉਹ ਟਾਈਮ ਹੋਇਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੁਫ਼ਤਗੂ ਜਾਰੀ ਰਹੇਗੀ। ਵੈਲਕਮ ਬੈਕ ਨਾਜ਼ਰੀਨ। ਔਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਮੈਂ ਚਾਹਾਂਗੀ ਕਿ ਜਿਹੜਾ PTI ਦਾ ਮੌਕਿਫ ਹੈ ਉਹ ਵੀ ਸਾਹਮਣੇ ਆਉਣਾ ਚਾਹੀਦਾ, ਕਿਉਂਕਿ PTI ਜਿਹੜੀ ਜਮਾਤ ਹੈ ਉਹ ਹਰ ਚੀਜ਼ ਦੇ ਵਿੱਚ ਕਾਫੀ ਮੁਤਹਰਕ ਨਜ਼ਰ ਆਉਂਦੀ ਹੈ। ਔਰ ਦੇਖਦੇ ਹਾਂ ਕਿ ਉਹ ਇਸ ਵਾਕਿਏ ਦੇ ਉੱਤੇ ਕੀ ਵਿਚਾਰ ਰੱਖਦੇ ਨੇ ਔਰ ਕੀ ਸੋਚ ਰੱਖਦੇ ਨੇ। ਉਹਨਾਂ ਨਾਲ ਹੀ ਨਾਲ ਥੋੜੀਆਂ ਹੋਰ ਵੀ ਅੰਦਰ ਦੀਆਂ ਗੱਲਾਂ ਮੈਂ ਪੁੱਛਣਾ ਚਾਹਾਂਗੀ। ਸੋ ਇਸ ਵਾਸਤੇ ਸਾਡੇ ਨਾਲ ਮੌਜੂਦ ਨੇ ਰਹਿਨੁਮਾ ਤਹਿਰੀਕ ਇਨਸਾਫ ਸੈਨੇਟਰ ਡਾਕਟਰ ਹੁਮਾਯੂ ਮਹਿਮੂਦ ਸਾਹਿਬ। ਅੱਛਾ ਡਾਕਟਰ ਸਾਹਿਬ, ਜਿਹੜਾ ਅੱਜ ਜਿਹੜਾ ਵਾਕਿਆ ਹੋਇਆ ਸੁਬਹ, ਇਹ ਬੜਾ ਦਿਲਖਰਾਸ਼ ਵਾਕਿਆ ਹੈ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਲੋਚਿਸਤਾਨ ਹਮੇਸ਼ਾ ਜਿਹੜਾ ਨਾ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ, ਦਹਿਸ਼ਤਗਰਦੀ ਦਾ ਜਿਹੜਾ ਨਾ ਉਹ ਸ਼ਿਕਾਰ ਹੁੰਦਾ ਰਹਿੰਦਾ ਹੈ। इंडिया बेसिकली करना की चाह रहा है? प्रॉक्सी वार ये कदों तक चलेगी? बिस्मिल्लाहिर्रहमानिर्रहीम, या का नाबुदो व या का नस्ताइन जी। खफा नहीं होना जी, पठान हूँ, पंजाबी ज्यादा नहीं बोल सकना जी, ठीक है जी जी। अच्छा, इस तरह है कि इमरान खान ने देखें कहा है और अभी एनालिसिस करके कहा है कि जब मोदी को आपने इतना बेइज्जत किया है, जब इंडिया को आपने इतना मारा है, तो वो अपना बदला लेंगे। अच्छा, उनके अंदर प्रॉब्ली इतनी हिम्मत नहीं होगी कि अपने जहाजों में बैठ के आके आपसे बदला लें, तो अब वो गिरी हुई हरकत करेंगे और इस किस्म की चीजों में आके आपके बच्चों को, आपके आर्मी वालों को, आपके किसी भी जगह पे आके नुकसान पहुंचाएंगे। ये वो टाइम है जहां पे हमें मिलजुल कर इस पूरे मसले को वंस एंड फॉर ऑल इसको एड्रेस करना होगा। मैं ये समझता हूँ इससे ज्यादा, जैसे जब APS का वाकया हुआ था तो हम सारी कौम मिल गई थी और APC बुलवाई गई थी, उसके ऊपर डिस्कशंस हुई और फिर हम सारे यकजा होके, हालांकि उस वक्त ये याद रखें, आपको याद होगा 2014 में हम लोग धरना दे रहे थे, हम लोग गवर्नमेंट के खिलाफ थे एंड सो ऑन, लेकिन उसके बाद हमने वो सारी चीजें बंद करके गवर्नमेंट के साथ मिल के सारी चीजें करके हमने किया। इमरान खान ने उसी तरफ एक इंडिया दिया है कि देखें ये लड़ाई आप लोग अकेले नहीं लड़ सकते, हमारे बगैर आप लोग इसको, क्योंकि इसमें नैरेटिव की वॉर भी है, इसमें आवाम को भी आपके साथ खड़े होना है, इसको पाकिस्तान से बाहर हर एक को ये समझ जाए कि ये लोग एक है। तो उस चीज के लिए मेरा ये ख्याल है कि हमारे लिए बहुत जरूरी है कि हम इंटरनली एक हो जाएं और फिर इस किस्म की किसी भी मुश्किल के लिए हम लोग सीसा पिलाई दीवार की तरह उनके सामने हो जाएंगे। और उन लोगों ने क्या किया होगा, उन लोगों ने अपने जो स्लीपिंग सेल्स है उनको एक्टिवेट कर दिया होगा, उन लोगों ने अपने कुलभूषण यादव जैसे, जिसके बारे में बहुत सारे लोग कहते हैं कि एक खास हुकूमत के दिनों में तो उसके ऊपर बातचीत करना भी मना थी, तो उस किस्म के लोग उन्होंने एक्टिव कर दिए होंगे। तो हमें मिलके उसके साथ, उसके खिलाफ एक जंग लड़नी है और ये शायद ये जंग ऐसी ना हो जैसे अभी चंद दिन पहले हमने लड़ी थी
और हमें सब कुछ नजर आ रहा था। मैं ये डॉक्टर जंग वो हुमायूं लोग साहब, किस तरीके से लड़े। मैं उसी जंग ਦੇ ਵਿੱਚ ਗੱਲ ਕਰਨਾ ਚਾਹਨੀ ਆ ਕਿ ਜਦੋਂ ਇਹ ਜੰਗ ਲੜੀ ਗਈ ਤੇ ਉਸ ਟਾਈਮ ਪੀਟੀਆਈ ਦਾ ਮੌਕਫ ਇਹ ਸੀ ਕਿ ਇਸ ਚੀਜ਼ ਦਾ ਜਵਾਬ ਜਿਹੜਾ ਨਾ ਉਹ ਇਸ ਜੰਗ ਦਾ ਜਵਾਬ ਬਹੁਤ ਲੇਟ ਦਿੱਤਾ ਗਿਆ। ਲੇਕਿਨ ਅੱਜ ਸਵੇਰ ਦਾ ਜਿਹੜਾ ਇਹ ਵਾਕਿਆ ਹੋਇਆ ਉਸ ਤੋਂ ਬਾਅਦ ਫੌਰਨ ਹੀ ਜਿਹੜਾ ਨਾ ਹਕੂਮਤ ਨੇ ਆਖਿਆ ਕਿ ਇਹ ਜਿਹੜਾ ਕੰਮ ਕੀਤਾ ਉਹ ਇੰਡੀਆ ਨੇ ਕੀਤਾ। ਹੁਣ ਇਹਦੇ ਉੱਤੇ ਤੁਹਾਡਾ ਕੀ ਰਦੇ ਅਮਲ ਹੈ, ਪੀਟੀਆਈ ਦਾ ਜਾਂ ਤੁਹਾਡਾ ਆਪਣਾ? देखिए, अब बिल्कुल हमने उस तरह लेट किया था, लेकिन जो किया वो बहुत अच्छा किया। उसको उसको मतलब 100 में से 100 नंबर दिए जा सकते हैं, कोई मसला नहीं। हाँ, देर थी लेकिन बहुत सही आया था। अब ये जो वाकया है, इसमें इसमें तो कोई दूसरी राय नहीं है कि ये हमारे मुल्क के मुखालिफ जो लोग हैं वो करते हैं, और उनमें सबसे बड़ा जो है वो ऑब्वियसली उसमें इंडिया, और इंडिया के साथ तो अब इसराइल खुलेआम आ रहा है ना। तो इन दोनों को मिल के ये लोग कर रहे होंगे, और ये चाहते होंगे कि हमें मुख्तलिफ जगहों से ब्लीड करे। इसलिए ये बहुत जरूरी है कि हम सारे मिलकर इसको एक साथ मिल के करें, वरना अगर हमारे अंदर तकसीम होगा, हमारे अंदर लेट्स से मेरे और आपके दरमियान में एक झगड़ा अपना चल रहा होगा, तो हम बाहर वालों के झगड़ों को उनको हम कैसे मुकाबला करेंगे? तो ये सारी चीजें इमरान खान ने सामने रखते हुए कहा था कि ये बहुत जरूरी है कि पाकिस्तान तहरीक इंसाफ को इन कॉन्फिडेंस ले और मिल के इस चीज को एड्रेस करें। अच्छा, बिल्कुल। हुमायूं साहब, वैसे क्योंकि ਤੁਸੀਂ ਕਿਹਾ ਕਿ ਤੁਹਾਡੇ ਕੋਲ ਟਾਈਮ ਵੀ ਸ਼ਾਰਟ ਹੈ, ਮੈਂ ਪੁੱਛਣਾ ਚਾਹਾਂਗੀ ਕਿ ਕੱਲ ਜਿਹੜਾ ਨਾ ਉਹ ਇਸੇ ਜੰਗ ਤੋਂ ਬਾਅਦ ਇੱਕ ਕਾਮਯਾਬੀ ਔਰ ਫਤਹ ਦੇ ਕਰਕੇ ਜਿਹੜਾ ਨਾ ਉਹ ਆਰਮੀ ਚੀਫ ਨੂੰ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਜਿਹੜਾ ਨਾ ਫੀਲਡ ਮਾਰਸ਼ਲ ਦਾ ਇਜਾਜ਼ ਦਿੱਤਾ ਗਿਆ ਵੈਸੇ, ਤੇ ਤੁਸੀਂ ਕਿਹਨਾਂ ਅਲਫਾਜ਼ ਦੇ ਵਿੱਚ ਜਿਹੜਾ ਨਾ ਉਹਨਾਂ ਦੀ ਇਸ ਇਜਾਜ਼ ਦੇ ਬਾਰੇ ਚ ਕੁਝ ਕਹੋਗੇ? मुबारकबाद तुसी किस तरह देखिए, देखिए अभी पाकिस्तान तहरीक इंसाफ का ऑफिशियल मौकफ नहीं आया, लेकिन मैं अपना एक बताता हूँ। मैं समझता हूँ इसमें कोई बुराई नहीं है कि जनरल आसिम मुनीर एज अ चीफ ऑफ आर्मी स्टाफ, और खासतौर पे ये पूरे जंग को हेड करते हुए जो उन्होंने किया है, उसके वो मुस्तहिक है कि उनको उनकी तारीफ की जाए और उनको इनाम दिया जाए। अब इनाम क्या दिया जाता है, क्या नहीं दिया जाता है, ये गवर्नमेंट का उसकी उनकी सवाबदीद होती है। अगर उन्होंने ये दिया है, ठीक है, बिल्कुल, बिस्मिल्लाह, 100 बिस्मिल्लाह, हमें उससे कोई इख्तिलाफ नहीं है। हमारा पॉइंट ऑफ व्यू डिफरेंट हो सकता है कि यार इसकी बजाय ये इनाम दिया जाता है, ये वो इनाम दिया जाता है, वो बात नहीं है। इनाम लाजमी या उनको शाबाशी लाजमी मिलनी चाहिए थी। और अब अगर जब अल्लाह ताला ने उनको गवर्नमेंट के थ्रू ये एक एजाज दे दिया है, जो कि पाकिस्तान में सिर्फ 2 लोगों को मिला है और उससे पहले दुनिया में चंद एक लोगों को ही मिला हुआ है, तो जब आप अल्लाह ताला ने आपको इतने ऊंचे मनसब पे बिठा दिया है, तो अब मेरी आपसे एक रिक्वेस्ट है, मेरी जनरल साहब से एक रिक्वेस्ट है, अब आप लार्जर देन लाइफ वाला जो जुमला होता है ना, अब आप उस लेवल पे आ गए। और उसके लिए मैं आपको मैंने पहले भी एक आध दो प्रोग्राम में कहा हुआ है, हम हुजूर सल्लल्लाहु अलैहि वसल्लम की हस्ती को सामने रखते हुए कि जब अल्लाह ताला ने उनको एक बहुत बड़ी फतह दी थी, जिसको हम वो फतह मक्का के नाम से कहा जाते हैं, तो उन्होंने अपने जो भी इख्तिलाफात थे उन इख्तिलाफात को खत्म करके उन्होंने सबको यकजा करके कर दिया था, और वो कर लिया था। मैं आपको ये नहीं कहूंगा कि आप केसेस खत्म करें, लेकिन मैं आपको ये जरूर कहूंगा कि उसके अंदर जो जो डिसएग्रीमेंट्स थी, उन डिसएग्रीमेंट्स को खत्म करें। आपको अल्लाह ताला ने एक इज्जत दी है, इस इज्जत को आप इंशाल्लाह ताला बरकरार तब रख सकेंगे जब आप इंशाल्लाह ताला एक लार्जर देन लाइफ अच्छा ਤੁਸੀਂ ਮੇਰੇ ਖਿਆਲ ਚ ਸੈਕੰਡ ਟਾਈਮ ਥਰਡ ਟਾਈਮ ਯੂਜ਼ ਕੀਤਾ ਲਾਰਜਰ ਦੈਨ ਲਾਈਫ। ਮੈਂ ਇਹ ਚਾਹਾਂਗੀ ਕਿ ਜਿਸ ਤਰ੍ਹਾਂ ਤੁਸੀਂ ਲਾਰਜਰ ਦੈਨ ਲਾਈਫ ਦੇ ਬਾਰੇ ਸੋਚਦੇ ਹੋ, ਤੇ ਫਿਰ ਇਹ ਲਾਰਜਰ ਦੈਨ ਲਾਈਫ ਵਾਲਾ ਜਿਹੜਾ ਏਜੰਡਾ ਹੈ ਜਾਂ ਜੋ ਫਰੇਜ਼ ਹੈ, ਇਹ ਪੀਟੀਆਈ ਦੀ ਬਾਕੀ ਜਮਾਤ ਜਾਂ ਬਾਕੀ क़यादत ਦੇ ਵਿੱਚ क्यों नहीं है? मतलब इतनी कंजूसी क्यों की जाती है फिर? देखिए जी, हमने लार्जर देन लाइफ वाला खुद भी सबूत दिया है। जब हम सबको आप लोगों जो अगर फिर देता है तो मुबारक पीटीआई वालों कोई मुबारकबाद नहीं आई वैसे। देखिए, मेरी नजर में दे देनी चाहिए थे, मेरी नजर में उसको रोकने की कोई जरूरत नहीं। तो हमारे साहब वैसे मैं यही चीज़ पूछना चाह रही हूं कि दे देनी चाहिए सी, क्यों नहीं दी गई? वैसे इना मतलब ये है कि तुसी खुद क्या कि मुल्क की सलामती वास्ते, बका वास्ते एक पेज ते एक फॉरम ते होना चाहिए, लेकिन तुसी खुद ही कह रहे हो कि जिहड़ी मुबारकबाद वो दे देनी चाहिए सी, दिती नहीं है हजे तक। इसदा मतलब है कि दिलों खुश नहीं है। देखिए, मैं आपको एक बात बता देता हूँ, जब आप मेरे साथ इतनी ज्यादतियां कर रहे होंगे तो मैं अंदर से दुखा हुआ हूँगा। जब आप
मेरे ऊपर इस किस्म के केसेस कर रहे होगे, जब आप पीटीआई को एक नफरत का नमूना बना रहे होगे, जब पीटीआई के लोगों को बिला वजह ये कर रहे होगे, तो थोड़ी सी दिलों में एक इंसान हूं ना, मैं इंसान हूँ, मेरे अंदर दिल में एक आ सकता है कि यार मेरे साथ इतनी ज्यादती कर रहे हैं, ये सब कुछ कर रहे हैं, तो ठीक है यार। आप होता है भाइयों के दरमियान में लड़ाई होती है, उसके बाद एक भाई के घर में शादी होती है, अगला भाई नहीं जाता, वो गलत करता है लेकिन नहीं जाता, इंसान की फितरत है। लेकिन जिस भाई ने, जो भाई जिसको कामयाबी हुई है, जिसको सब चीजें मिली हैं, उसका बड़कपन पहले आना चाहिए। मेरे साथ तो ज्यादतियां हो रही हैं, मैं क्यों, मैंने ऑलरेडी बड़कपन बताया, मैंने आपके साथ पूरा लेकिन शाना बड़े बशाना खड़े ਤੁਸੀਂ होकर ਜ਼ੀਰੋ ਕੋ जंग की ਵੈਸੇ है। तो ਸੈਨੇਟਰ मुझे ਵੀ ਹੋ। ਦੇਖੋ ਡਾਕਟਰ ਸਾਹਿਬ, ਹਮਾਇਰ ਸਾਹਿਬ, ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਮਾਸ਼ਾਅੱਲਾ ਤੁਸੀਂ ਇੱਕ ਆਪਣਾ ਇੱਕ ਅੱਛਾ ਵਿਜ਼ਨ ਰੱਖਦੇ ਹੋ, ਠੀਕ ਹੈ। ਤੁਸੀਂ ਆਰਮੀ ਚੀਫ ਤੋਂ ਤਾਂ ਐਕਸਪੈਕਟ ਕਰਦੇ ਹੋ ਪੀਟੀਆਈ ਵਾਲੇ ਜਿਹੜੇ ਨੇ ਕਿ ਉਹ ਲਾਰਜਰ ਦੈਨ ਲਾਈਫ ਸੋਚਣ, ਲੇਕਿਨ ਜਦੋਂ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਵੀ ਲਾਰਜਰ ਦੈਨ ਲਾਈਫ ਸੋਚਣਾ ਚਾਹੀਦਾ ਹੈ, ਉਦੋਂ ਤੁਸੀਂ ਕਹਿ ਦਿੰਦੇ ਆ ਕਿ ਸਾਡੇ ਤੇ ਜ਼ੁਲਮ ਬਹੁਤ ਹੋਏ ਨੇ, ਸਾਡੇ ਤੇ ਜਬਰ ਬਹੁਤ ਹੋਇਆ ਹੈ, ਸਾਡਾ ਦਿਲ ਬਹੁਤ ਦੁਖਿਆ ਹੋਇਆ ਹੈ। ਤੇ ਲਾਰਜਰ ਦੈਨ ਲਾਈਫ ਇਨਸਾਨ ਉਦੋਂ ਹੀ ਹੁੰਦਾ ਹੈ ਨਾ ਜਦੋਂ ਇਨਸਾਨ ਕੋਈ ਜ਼ਖਮ ਖਾਂਦਾ ਹੈ, ਕੋਈ ਜਬਰ ਹੁੰਦਾ, ਕੋਈ ਜ਼ੁਲਮ ਹੁੰਦਾ, ਫਿਰ ਮਾਫ ਕਰਨਾ। ਤੇ ਅਗਰ ਇਹ ਤੁਸੀਂ ਮਾਸ਼ਾਅੱਲਾ ਸਮਝਦਾਰ ਹੋ, ਅਗਰ ਤੁਸੀਂ ਆਪਣੀ ਪਾਰਟੀ ਨੂੰ ਸਮਝਾਓ ਤੇ ਤੁਸੀਂ ਵੀ ਅਗਰ ਲਾਰਜਰ ਦੈਨ ਲਾਈਫ ਜਿਹੜਾ ਨਾ ਉਹਦੇ ਬਾਰੇ ਸੋਚ ਕੇ ਤੇ ਹੱਥ ਵਧਾਓ ਜਿਨ੍ਹਾਂ ਵਾਲੀ ਵਧਾਣੇ ने। अब मैं आपको बताता हूँ, देखिए हुजूर सल्लल्लाहु अलैहि वसल्लम ने किसी को माफ नहीं किया था जब तक वो फतेह मक्का नहीं कर बैठे। तो नॉर्मल लार्जर देन लाइफ का मकसद ये होता है, उस फ्रेज का मतलब ये है कि जब आप एक खास मनसब आपको मिल जाए, एक आपको तरक्की मिल जाए, एक आपको इज्जत मिल जाए, तो आप फिर अपना दिल बड़ा कर देते हो। लेकिन जब आप लड़ रहे होते हो, आप के ऊपर जुल्म हो रहा होता है, उस वक्त आप उसके खिलाफ लड़ते रहते हो। लेकिन जब आप एक खास चीज को अचीव कर लेते हो, सब कुछ हो जाते हो, तो फिर आप लार्जर देन लाइफ होता है। मतलब अभी आप किसी कैदी को नहीं कह सकते हो कि यार तुम लार्जर देन लाइफ बन जाओ और तुम ये कैद भी काट लो, वो भी काट लो। लेकिन अगर कोई 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 नया बादशाह बना होता है, तो वो लार्जर देन लाइफ होके वो कहता है यार ये भी करो, वो भी करो, अच्छा इन लोगों ने कोई बड़ा काम नहीं किया। वो आपका एक फ्रेज होता है, उसका मतलब ये हो जाता है कि जब आप एक खास मनसब पे चले गए हो, उस मनसब में फिर आप इन सब चीजों से बालातर हो जाते हो। तो आप उतनी बड़ी पोजीशन पे आ जाओ, आप अपने आप को नीचे उधर मत रखो कि यार आपने मेरे साथ उस वक्त ये कहा था, आपने मेरे साथ उस वक्त ये किया था, फलाना किया था। उस चीज को खत्म करो और आगे बढ़ो। बाकी ये है कि इंशाल्लाह ताला उससे करने से ये मुल्क इकट्ठा होगा, ये मुल्क एक कौम बनेगी। आपको भी अल्लाह ताला इज्जत दे, बाकी चीजों पे करे, और इस मुल्क को भी सलामत रखे, इस मुल्क को भी यकजा करे। इस मुल्क को भी आमीन। सलामत रखे जी। बहुत शुक्रिया डॉक्टर हमायूर साहब टाइम देने वास्ते। ਵੈਸੇ ਜਿਹੜਾ ਨਾ ਪੀਟੀਆਈ ਜਿਹੜੀ ਆ ਖਾਸ ਕਰਕੇ ਇਹ ਲੋਕਾਂ ਕੋਲ ਤਾਂ ਇਹ ਐਕਸਪੈਕਟ ਕਰਦੀ ਹੈ ਕਿ ਸਾਰੇ ਇਕੱਠੇ ਹੋ ਜਾਣ, ਲੇਕਿਨ ਆਪ ਇਹ ਸਾਰੇ ਦੇ ਸਾਰੇ ਇੱਕ ਪੇਜ ਤੇ ਨਹੀਂ ਆਉਂਦੇ। ਪ੍ਰੋਗਰਾਮ ਜਾਰੀ ਹੈ ਲੇਕਿਨ ਇਸ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਨਾਜ਼ਰੀਨ, ਔਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖ ਬਰਾਦਰੀ ਦੀ। ਔਰ ਸਿੱਖਾਂ ਤੋਂ ਬਗੈਰ ਜਿਹੜਾ ਨਾ ਉਹ ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਮੁਕੰਮਲ ਹੋ ਸਕਦਾ ਹੈ, ਠੀਕ ਹੈ। ਸਿੱਖਾਂ ਨੂੰ ਇੱਕ ਵਾਰੀ ਫਿਰ ਪਾਕਿਸਤਾਨ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਨਾਕਾਮ ਹੋ ਗਈ ਹੈ। ਪਾਕਿਸਤਾਨੀ ਤੇ ਇੰਟਰਨੈਸ਼ਨਲ ਮੀਡੀਆ ਨੇ ਗੋਲਡਨ ਟੈਂਪਲ ਤੇ ਇੰਡੀਅਨ ਮੀਡੀਆ ਦੇ ਹਮਲੇ ਦਾ ਪ੍ਰੋਪੇਗੈਂਡਾ ਜਿਹੜਾ ਨਾ ਉਹ ਬੇਨਕਾਬ ਕਰ ਦਿੱਤਾ। ਔਰ ਇਸ ਹਵਾਲੇ ਨਾਲ ਸਾਡੇ ਨਾਲ ਗੱਲਬਾਤ ਜਿਹੜਾ ਨਾ ਕਰਨ ਵਾਸਤੇ ਗੁਰਪੰਤ ਸਿੰਘ ਸਾਹਿਬ ਨੇ। ਪਨੂ ਸਾਹਿਬ ਕੀ ਹਾਲ ਨੇ? ਠੀਕ ਠਾਕ ਹੋ? ਵਧੀਆ ਹੋ? पूरी चढ़दी कला भैन, पूरी चढ़दी कला ते मेरी सारे पाकिस्तान दे आवाम नूं वाहिगुरू जी का खालसा वाहिगुरू जी की फतेह। ਅੱਜ ਸਭ ਤੋਂ ਪਹਿਲੇ ਤਾਂ ਇਹ ਦੱਸਿਆ ਜੇ ਕਿ ਗੋਲਡਨ ਟੈਂਪਲ ਦੇ ਹਮਲੇ ਦੇ ਡਰਾਮੇ ਤੇ ਤੁਸੀਂ ਕੀ ਕਹਿੰਦੇ ਹੋ? देखो दरबार साहब जिहड़ा है उत्थे सिर्फ भारती फौज ने जून 84 ਦੇ ਵਿੱਚ ਹਮਲਾ ਕੀਤਾ ਸੀ। ਪਾਕਿਸਤਾਨ ਦੀ ਫੌਜ ਤੇ ਜਿਹੜੀ ਇਹ ਉਂਗਲ ਚੁੱਕਦੇ ਪਏ ਆ, ਤਾਂ 1965 ਚ ਵੀ ਜੰਗ ਹੋਈ ਹੈ ਜਾਂ 62 ਚ ਜਾਂ 71 ਚ, ਕਦੀ ਵੀ ਪਾਕਿਸਤਾਨ ਨੇ ਗੁਰਦੁਆਰਾ ਸਾਹਿਬਾਨ, ਚਾਹੇ ਉਹ ਪੂਰੇ ਭਾਰਤ ਵਿੱਚ ਹੋਣ ਜਾਂ ਪਾਕਿਸਤਾਨ ਦੇ ਆ, ਉਹਨਾਂ ਦੀ ਉਹਨਾਂ ਨੇ ਹਮੇਸ਼ਾ ਹਿਫਾਜ਼ਤ ਕੀਤੀ ਹੈ। ਇੱਕੋ ਇੱਕ ਫੌਜ ਹੈ ਜਿਹੜੀ ਹੈ ਭਾਰਤ ਦੀ ਫੌਜ, ਹਿੰਦੁਸਤਾਨ ਦੀ ਫੌਜ, ਜਿਨਨੇ ਦਰਬਾਰ ਸਾਹਿਬ ਦੇ ਉੱਤੇ 70,000 ਦੀ ਫੌਜ ਲਿਆ ਕੇ ਜੂਨ 1984 ਚ ਹਮਲਾ ਕੀਤਾ ਸੀ। ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਤੇ ਸਾਡੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਦੇ ਟੈਂਕਾਂ ਤੇ ਤੋਪਾਂ ਦੇ ਮੂੰਹ ਮੋੜ ਦਿੱਤੇ। ਸਾਡੇ ਛੋਟੇ ਛੋਟੇ ਬੱਚੇ, ਭਾਈ ਸ਼ਹੀਦ ਭਾਈ ਮੋਹਰ ਸਿੰਘ ਦੇ ਬੱਚੇ, ਇਤਿਹਾਸ ਦੱਸਦਾ 5 ਸਾਲ ਤੇ 8 ਸਾਲ ਦੇ ਬੱਚੇ, ਉਹਨਾਂ ਨੇ ਸ਼ਰੀਰਾਂ ਨਾਲ ਬੰਬ ਬਣ ਕੇ ਇਹਨਾਂ ਦੇ ਟੈਂਕਾਂ ਦੇ ਮੂੰਹ ਤੋੜੇ। ਉਸ ਦਿਨ ਤੋਂ ਬਾਅਦ ਲਾਈਨ ਖਿੱਚ ਦਿੱਤੀ ਗਈ ਸੀ, ਇੱਕ ਪਾਸੇ ਸਿੱਖ, ਇੱਕ ਪਾਸੇ ਹਿੰਦੁਸਤਾਨ।
ਸਿੱਖ ਹੁਣ ਭਾਰਤੀ ਨਹੀਂ ਹੈ ਤਾਂ ਹਿੰਦੁਸਤਾਨੀ ਨਹੀਂ ਹੈ। ਇਹੀ ਗੱਲ ਜਿੱਦਣ ਜੰਗ ਸ਼ੁਰੂ ਹੋਈ ਸੀ ਉਦੋਂ ਅਸੀਂ ਵੀ ਕੀਤੀ ਸੀ, ਅਰਦਾਸ ਬਿਲਕੁਲ। ਕਰਕੇ ਕਹੀ ਸੀ ਕਿ ਸਿੱਖ ਜਿਹੜਾ ਹੈ ਉਹ ਹੁਣ ਪਾਕਿਸਤਾਨ ਦੇ ਆਵਾਮ, ਸਰਕਾਰ ਤੇ ਫੌਜ ਦੇ ਨਾਲ ਰਲ ਕੇ ਹਿੰਦੁਸਤਾਨ ਦੇ ਖਿਲਾਫ ਲੜੇਗਾ। ਇਹ ਅਸੀਂ ਅਰਦਾਸ ਕਰ ਚੁੱਕੇ ਹਾਂ ਔਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਹਿੰਦੁਸਤਾਨ ਦੀ ਫੌਜ ਜਿਹੜੇ ਸਿੱਖ ਸੀ ਉਹ ਬਾਗੀ ਹੋਏ, ਬਗਾਵਤ ਕੀਤੀ ਤੇ ਅੱਜ ਪਾਕਿਸਤਾਨ ਦੀ ਫਤਿਹ ਹੋਈ ਹੈ ਤੇ ਹਿੰਦੁਸਤਾਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਹ ਹਾਰੇ ਹੈ ਹੁਣ। ਲੇਕਿਨ ਬਾਰ-ਬਾਰ ਹਾਰਨ ਦੇ ਬਾਵਜੂਦ ਵੀ ਜਿਹੜਾ ਨਾ ਉਹ ਇਸ ਹਾਰ ਨੂੰ ਤਸਲੀਮ ਨਹੀਂ ਕਰਦੇ। ਹਾਰ ਨਾ ਮੰਨਣ ਦੀ ਵਜ੍ਹਾ ਕੀ ਹੈ? ਦੇਖੋ, ਜਿਹੜਾ ਬੰਦਾ ਹਾਰਿਆ ਹੁੰਦਾ ਹੈ ਉਹ ਵੀ ਇਸ ਕਿਸਮ ਦਾ ਜਰਾਇਮ ਪੇਸ਼ਾ ਜਿਹੜੇ ਹੈ ਨਾ, ਇਹ ਹਿੰਦੂਤਵਾ ਜਿਹੜੀ ਹੈਗੀ ਹੈ, ਜਿਹੜਾ ਹਿੰਦੁਸਤਾਨ ਦਾ ਸਿਸਟਮ ਹੈ, ਜਿੰਨੀ ਦੇਰ ਤੱਕ ਤੁਸੀਂ ਉਸ ਨੂੰ ਤਬਾਹ ਨਹੀਂ ਕਰੋਗੇ ਉਨੀ ਦੇਰ ਤੱਕ ਉਹ ਹਾਰ ਨਹੀਂ ਮੰਨਣੀ ਉਸਨੇ, ਨਾ ਹੀ ਉਸਨੇ ਹਾਰਨਾ ਹੈ। ਉਹਦੇ ਵਿੱਚ ਮੈਂ ਦਰਬਾਰ ਸਾਹਿਬ ਦੀ ਗੱਲ ਵਾਪਸ ਲੈ ਕੇ ਆਉਣਾ ਪੈਣ ਜੀ ਕਿ ਜਦੋਂ ਸਿੱਖ ਤੇ ਪਾਕਿਸਤਾਨ ਦੇ ਮੁਸਲਮਾਨ ਭੈਣ ਭਰਾ ਇੱਕ ਹੋ ਗਏ, ਕਿਉਂਕਿ 1947 ਦੇ ਵਿੱਚ ਇਹਨਾਂ ਨੇ ਸਿੱਖਾਂ ਦੀਆਂ ਬਸਤੀਆਂ 'ਚ ਜਾ ਕੇ, ਸਿੱਖਾਂ ਦੇ ਸ਼ਹਿਰਾਂ ਪਿੰਡਾਂ 'ਚ ਜਾ ਕੇ ਮੁਸਲਮਾਨ ਬਣ ਕੇ ਸਿੱਖਾਂ ਨੂੰ ਮਾਰਿਆ। ਦੂਜੇ ਪਾਸੇ ਮੁਸਲਮਾਨ ਭੈਣ ਭਰਾਵਾਂ ਦੇ ਪਿੰਡਾਂ ਸ਼ਹਿਰਾਂ 'ਚ ਜਾ ਕੇ ਉਹਨਾਂ ਨੂੰ ਮਾਰਿਆ ਸਿੱਖ ਬਣ ਕੇ। ਅਖੀਰ ਦੇ ਵਿੱਚ ਸਿੱਖਾਂ ਨੇ ਇੱਕ ਦੂਜੇ ਨੂੰ ਤੇ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ। ਇਹ ਇਤਿਹਾਸ ਹੈ। ਪਰ ਅੱਜ 2025 ਹੈ, 1947 ਨਹੀਂ ਹੈ, ਜਦੋਂ ਦੁਨੀਆ ਸਭ ਇਹਨਾਂ ਦੀਆਂ ਚਾਲਾਂ ਸਮਝ ਚੁੱਕੀ ਹੈ ਕਿ ਇਹਨਾਂ ਨੇ ਸਿੱਖ ਤੇ ਮੁਸਲਮਾਨ ਕਿਵੇਂ ਲੜਾਈ ਸੀ। ਉਸ ਦਾ ਨਤੀਜਾ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਜੰਗ ਦੇ ਵਿੱਚ ਹੋਣ ਤੋਂ ਪਹਿਲਾਂ ਅਸੀਂ ਦੱਸਤਾ ਸੀ ਕਿ ਹਿੰਦੁਸਤਾਨ ਜੰਗ ਹਾਰੇਗਾ, ਨਰਿੰਦਰ ਮੋਦੀ ਦੀ ਰਾਜਨੀਤਿਕ ਮੌਤ ਹੋਏਗੀ ਤੇ ਪਾਕਿਸਤਾਨ ਦੀ ਫਤਿਹ ਹੋਏਗੀ। ਇਹ ਮੈਂ ਉਸ ਤੋਂ ਪਹਿਲਾਂ ਦੱਸਤਾ ਸੀ ਤੁਹਾਨੂੰ ਔਰ ਅੱਜ ਵੀ ਤੁਹਾਨੂੰ ਦੱਸ ਰਿਹਾ ਕਿ ਦਰਬਾਰ ਸਾਹਿਬ ਤੇ ਉੱਤੇ ਹਮਲੇ ਦੀ ਜਿਹੜੀ ਇਹ ਵਿਉਂਤਬੰਦੀ ਦੱਸ ਰਹੇ ਹੈ, ਜਿਹੜੀ ਇਹਨਾਂ ਨੇ ਦੁਨੀਆ 'ਚ ਗੱਲ ਫੈਲਾਈ ਹੈ, ਉਸ ਨੂੰ ਮੁੱਢੋਂ ਨਕਾਰ ਦਿੱਤਾ ਹੈ SGPC ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਜਿਹੜੇ ਮੇਨ ਉੱਥੇ ਦੇ ਹੈਡ ਗ੍ਰੰਥੀ ਹੈ, ਉਹਨਾਂ ਨੇ ਕਿਹਾ ਵੀ ਇਹ ਸਰਾਸਰ ਪਾਕਿਸਤਾਨ ਦੇ ਖਿਲਾਫ ਇੱਕ ਕਨਸਪੀਰੇਸੀ ਹੈ, ਭੜਕਾਉਣਾ ਚਾਹੁੰਦੇ ਹੈ ਨਾ। ਜਿਹੜੀ ਮੁਹੱਬਤ ਹੈਗੀ ਹੈ ਸਿੱਖਾਂ ਦੀ ਤੇ ਪਾਕਿਸਤਾਨੀ ਦੀ, ਉਹਨੂੰ ਖਤਮ ਕਰਨਾ ਚਾਹੁੰਦੇ ਆ। ਬਿਲਕੁਲ। ਅੱਛਾ, ਮੈਂ ਇਹ ਵੀ ਚੀਜ਼ ਪੁੱਛਣਾ ਚਾਹਾਂਗੀ ਕਿ ਦੇਖੋ, ਜਿਹੜੀ ਮੋਦੀ ਸਰਕਾਰ ਹੈ ਉਹ ਸਾਡੇ ਕੋਲੋਂ ਤੋਂ ਪਾਕਿਸਤਾਨ ਕੋਲੋਂ ਯਾਨੀ ਸ਼ਾਹੀਨਾ ਤੋਂ ਮਾਰ ਵੀ ਖਾ ਬੈਠੀ ਹੈ ਤੇ ਉਹ ਇਸ ਮਾਰ ਨੂੰ ਤਸਲੀਮ ਤਾਂ ਨਹੀਂ ਕਰਦੀ, ਲੇਕਿਨ ਦੂਜੇ ਪਾਸੇ ਸਿੱਖਾਂ ਦੇ ਖਿਲਾਫ ਜਿਹੜਾ ਨਾ ਕ੍ਰੈਕਡਾਊਨ ਵੀ ਉਹਨਾਂ ਨੇ ਜਾਰੀ ਕੀਤਾ ਹੋਇਆ ਹੈ। ਕੋਈ ਜਸੂਸੀ ਦੇ ਇਲਜ਼ਾਮਾਤ ਵੀ ਲਾਏ ਜਾਂਦੇ ਪਏ ਨੇ। ਇਸ ਹਵਾਲੇ ਨਾਲ ਤੁਹਾਡੇ ਕੋਈ ਤਫਸੀਲਾਤ ਹੈਗੀਆਂ ਨੇ ਤੇ ਕਿੰਨੇ ਸਰਦਾਰ ਭਾਈਆਂ ਨੂੰ ਮੋਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ? ਦੇਖੋ, ਜਿਹੜਾ ਸਿੱਖਾਂ ਦੇ ਖਿਲਾਫ ਇਹਨਾਂ ਦੀ ਜਿਹੜੀ ਹੈਗੀ ਹੈ ਜਦੋਂ ਜਹਿਦ ਸਿੱਖਾਂ ਨੂੰ ਮਾਰਨ ਦੀ, ਮਾਰ ਮਕਾਉਣ ਦੀ, ਉਹ ਤਾਂ 1984 ਤੋਂ ਚੱਲਦੀ ਪਈ ਹੈ। ਸਾਡਾ ਪਿਛਲੇ 2 ਤੋਂ 3 ਸਾਲਾਂ ਦੇ ਵਿੱਚ 600 ਮੁੰਡੇ ਸਾਡੇ ਪੰਜਾਬ ਦੇ ਖਾਲਿਸਤਾਨ ਰੈਫਰੈਂਡਮ ਵਾਲੇ ਇਹਨਾਂ ਨੇ ਜੇਲ੍ਹਾਂ 'ਚ ਜਿਹੜੇ ਦੇਸ਼ ਧਰੋਹ ਦੇ ਕੇਸ 'ਚ ਪਾਏ ਹੋਏ ਆ। ਹੁਣ ਜੰਗ ਤੋਂ ਬਾਅਦ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਕਰਦੇ ਪਏ ਆ, ਜਿਹੜੇ ਪਾਕਿਸਤਾਨ ਦੇ ਹੱਕ ਦੇ ਵਿੱਚ ਉੱਥੇ ਬੋਲਦੇ ਆ, ਜਿਨ੍ਹਾਂ ਨੇ ਝੰਡੇ ਲਾਏ ਸੀ ਪਾਕਿਸਤਾਨ ਜ਼ਿੰਦਾਬਾਦ ਬੋਲਦੇ ਆ, ਉਹ ਵੀ ਇਹਨਾਂ ਨੇ ਫੜੇ ਹੋਏ ਆ। ਦੂਜੇ ਪਾਸੇ ਉਹਨਾਂ ਤੇ ਇਲਜ਼ਾਮ ਲਗਾ ਕੇ, ਕਿਉਂਕਿ ਅਸੀਂ ਪੰਜਾਬ ਵਾਲਿਆਂ ਨੂੰ ਕਿਹਾ ਸੀ ਕਿ ਤੁਸੀਂ ਜਸੂਸੀ ਕਰੋ, ਸਾਨੂੰ ਤੁਸੀਂ ਇਨਫੋਰਮੇਸ਼ਨ ਦਿਓ ਤਾਂ ਕਿ ਅਸੀਂ ਪਾਕਿਸਤਾਨ ਨੂੰ ਦੱਸ ਸਕੀਏ। ਸੋ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 20 ਤੋਂ 25 ਮੁੰਡੇ ਜਿਹੜੇ ਆ ਇਹਨਾਂ ਨੇ ਹੁਣ ਜਸੂਸੀ ਦੇ ਇਲਜ਼ਾਮ 'ਚ ਜਿਹੜੇ ਫੜ ਲਏ ਆ। ਪਰ ਸਾਡਾ ਮਸਲਾ ਇਹਦੇ 'ਚ ਨਹੀਂ ਮੁੱਕਣਾ ਪੈਣ, ਸਾਨੂੰ ਨਹੀਂ ਫਰਕ ਪੈਂਦਾ ਇਲਜ਼ਾਮ ਦੇਸ਼ ਧਰੋਹ ਦਾ ਲੱਗੇ। ਅਸੀਂ ਉਸ ਦੇਸ਼ ਨੂੰ ਦੇਸ਼ ਨਹੀਂ ਮੰਨਦੇ, ਅਸੀਂ ਉਸ ਦੇ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦੇ, ਅਸੀਂ ਹਿੰਦੁਸਤਾਨ ਦੀ ਹੋਂਦ ਨੂੰ ਨਹੀਂ ਮੰਨਦੇ ਤੇ ਦੇਸ਼ ਧਰੋਹ ਦਾ ਕੇਸ ਤਾਂ ਅਸੀਂ ਮੰਨਦੇ ਹੀ ਨਹੀਂਗੇ। ਸੋ ਜਸੂਸੀ ਦੇ ਇਲਜ਼ਾਮ 'ਚ ਫੜ ਲੈਣ, ਝੂਠੇ ਪੁਲਿਸ ਮੁਕਾਬਲੇ ਕਰ ਲੈਣ, ਅਸੀਂ ਤੇ ਮੱਥੇ ਤੇ ਮੌਤ ਲਿਖਾ ਕੇ ਲੈ ਕੇ ਆਏ ਹਾਂ। ਜਿੰਨੀ ਦੇਰ ਤੱਕ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਨਹੀਂ ਕਰਵਾਉਂਦੇ, ਜਿੰਨੀ ਦੇਰ ਤੱਕ ਅਸੀਂ ਇਸ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਦੇ ਨਕਸ਼ਿਆਂ ਤੋਂ ਨਹੀਂ ਮਿਟਾਉਂਦੇ, ਉਨੀ ਦੇਰ ਤੱਕ ਸਾਡੀ ਜੰਗ ਜਿਹੜੀ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਕਰਾਉਣ ਦੀ ਜਾਰੀ ਰਹੇਗੀ। ਅੱਛਾ ਪੋਨੂ ਸਾਹਿਬ, ਤੁਸੀਂ ਖਾਲਿਸਤਾਨ ਬਣਾਉਣਾ ਜਾਂ ਮਤਲਬ ਭਾਰਤ ਨੂੰ ਨਕਸ਼ੇ ਤੋਂ ਮਿਟਾਉਣਾ ਹੈ? ਵੈਸੇ ਪਹਿਲਾਂ ਬਣੇਗਾ ਖਾਲਿਸਤਾਨ, ਫਿਰ ਬਣੇਗਾ ਕਸ਼ਮੀਰ ਆਜ਼ਾਦ, ਫਿਰ 9 ਟੁਕੜੇ ਹੋਣਗੇ ਹਿੰਦੁਸਤਾਨ ਦੇ ਤੇ ਨਕਸ਼ੇ ਤੋਂ ਆਪੇ ਮਿਟ ਗਿਆ। ਅੱਛਾ ਪੋਨੂ ਸਾਹਿਬ, ਇਹ ਵੀ ਦੱਸੋ ਕਿ ਜਿਹੜੇ ਲੋਕ ਜਾਂ ਜਿਹੜੇ ਸਿੱਖ ਜਿਹੜੇ ਸਾਡੇ ਭਾਈ ਨੇ ਉਹ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਹੈ ਨਾ, ਉਹ ਤਾਂ ਖਾਲਿਸਤਾਨ ਦੀ ਤਹਿਰੀਕ ਨੂੰ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰਦੇ ਪਏ ਹੈ, ਲੇਕਿਨ ਜਿਹੜੇ ਇੰਡੀਆ ਦੇ ਵਿੱਚ ਨੇ ਉਹਨਾਂ ਨੂੰ ਇਸ ਤਹਿਰੀਕ ਵਾਸਤੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ? ਦੇਖੋ, ਜਿੱਦਾਂ ਮੈਂ ਦੱਸਿਆ ਵਾ ਕਿ ਜੂਨ 84 ਜਿਹੜਾ ਹੈ 6 ਜੂਨ, ਹੁਣ 6 ਜੂਨ ਆਂਦੀ ਪਈ ਹੈ ਔਰ ਅਸੀਂ 41ਵੇਂ ਵਰੇ ਦੇ ਉੱਤੇ ਇਹ ਐਲਾਨ ਕਰ ਦਿੱਤਾ ਹੈ ਇਸ ਵਕਤ ਪੰਜਾਬ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਅਸੀਂ ਇਹਨਾਂ ਦੇ ਭਾਰਤੀ ਆਰਮੀ ਜਿਹੜੀ ਕੰਟੋਨਮੈਂਟਸ ਹੈ, ਜਿਹੜੇ ਇਹਨਾਂ ਦੇ 에ਅਰ ਬੇਸ ਹੈ ਪਠਾਨਕੋਟ, ਆਦਮਪੁਰ, ਅਸੀਂ ਉਹਨਾਂ ਨੂੰ ਸੁਨੇਹਾ ਲਾ ਦਿੱਤਾ ਕਿ ਅਸੀਂ ਤੁਹਾਡੀ ਬਿਜਲੀ ਤੇ ਪਾਣੀ ਬੰਦ ਕਰ ਦੇਣਾ
ਤੇ ਤੁਸੀਂ ਆਪਣਾ ਸਾਜੋ ਸਮਾਨ ਤੇ ਆਪਣੇ ਹਥਿਆਰ ਚੁੱਕੋ ਤੇ ਗੰਗਾ ਤੋਂ ਪਾਰ ਹੋ ਜਾਓ, ਦਿੱਲੀ ਤੋਂ ਪਾਰ ਹੋ ਜਾਓ, ਨਹੀਂ ਤਾਂ ਪੰਜਾਬ ਦਾ ਲੋਕ ਤੇ ਪੰਜਾਬ ਦਾ ਸਿੱਖ ਤੁਹਾਨੂੰ 6 ਜੂਨ ਨੂੰ ਇੱਥੋਂ ਕੱਢ ਕੇ ਆਏਗਾ। ਫਿਰ ਉਸ ਦਾ ਨੁਕਸਾਨ ਹੋਏਗਾ, ਹੋ ਸਕਦਾ ਫਿਰ ਲੜਾਈ ਝਗੜਾ ਹੋਵੇ, ਫਿਰ ਕਹਿਣਗੇ ਵਾਇਲੈਂਸ ਹੋਈ ਹੈ। ਵਾਇਲੈਂਸ ਹੋਈ ਹੈ। ਪੰਜਾਬ ਦਾ ਸਿੱਖ ਜਿਸਨੇ 1.5 ਲੱਖ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਇੱਕ ਹਥਿਆਰਬੰਦ ਸੰਘਰਸ਼ 'ਚ ਭੈਣ, ਸਾਡੇ ਖਾਲਿਸਤਾਨ ਦੀ ਨੀਹਾਂ 'ਚ ਸਾਡਾ ਖੂਨ ਹੈ। ਲੋਕਾਂ ਦਾ ਹੁੰਦਾ ਆਜ਼ਾਦੀ ਦੇ ਲਈ, ਉਹਨਾਂ ਨੂੰ ਆਜ਼ਾਦੀ ਹੱਥਾਂ ਤੇ ਮਿਲ ਜਾਂਦੀ ਹੈ ਜਿੱਦਾਂ ਹਿੰਦੁਸਤਾਨ ਨੂੰ ਮਿਲੀ ਸੀ। ਸਾਡੀ ਆਜ਼ਾਦੀ ਲਈ ਸਾਡੀਆਂ ਜਿਹੜੀਆਂ ਨੀਹਾਂ ਉਹ ਖੂਨ ਨਾਲ ਭਰੀਆਂ ਹੋਈਆਂ। 1.5 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ। 650 ਤੋਂ 700 ਮੁੰਡਾ ਸਾਡਾ ਖਾਲਿਸਤਾਨ ਰੈਫਰੈਂਡਮ ਵਾਲਾ ਇਸ ਵਕਤ ਜੇਲ੍ਹਾਂ 'ਚ ਬੰਦ ਹੈ, ਪਰ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਅਸੀਂ ਉਨੀ ਦੇਰ ਤੱਕ ਸ਼ਹਾਦਤਾਂ ਦਿੰਦੇ ਰਹਾਂਗੇ, ਉਨੀ ਦੇਰ ਤੱਕ ਅਸੀਂ ਸੰਘਰਸ਼ ਕਰਾਂਗੇ ਜਿੰਨੀ ਦੇਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ। ਜਿੰਨੀ ਦੇਰ ਤੱਕ ਪੰਜਾਬ ਆਜ਼ਾਦ, ਤੁਸੀਂ ਜਿਹੜਾ ਖੁਦ ਕਿਹਾ ਕਿ 6 ਜੂਨ ਨੂੰ ਤੁਸੀਂ ਪੈਗਾਮ ਦੇ ਦਿੱਤਾ ਹੈ, ਇਹ ਪੈਗਾਮ ਤੁਸੀਂ ਜਿਨ੍ਹਾਂ ਨੂੰ ਪਹੁੰਚਾਇਆ ਹੈ ਉਹਨਾਂ ਵੱਲੋਂ ਕੋਈ ਜਵਾਬ ਆਇਆ? ਤੁਸੀਂ ਵੇਖੋਗੇ ਨਤੀਜਾ 6 ਜੂਨ 2025 ਨੂੰ ਕਿ ਦਰਬਾਰ ਸਾਹਿਬ ਦੇ ਵਿੱਚ ਖਾਲਿਸਤਾਨ ਦੇ ਜਿਹੜੇ ਝੰਡੇ ਦਿਸਣਗੇ। ਜਿਹੜੇ ਇਹਨਾਂ ਦੇ ਆਰਮੀ ਬੇਸਿਸ ਹੈ 1 ਤੋਂ 6 ਜੂਨ ਉਹ ਸਾਡੇ ਨਿਸ਼ਾਨੇ ਤੇ ਹੈ। ਉਹਨਾਂ ਦਾ ਪਾਣੀ ਤੇ ਬਿਜਲੀ ਬੰਦ ਕਰਨ ਦੀ ਜਿਹੜੀ ਹੈ ਉਹ ਅਸੀਂ ਐਲਾਨ ਕਰ ਚੁੱਕੇ ਹਾਂ। ਤੁਸੀਂ ਨਤੀਜਾ 6 ਜੂਨ 2025 ਨੂੰ ਵੇਖੋਗੇ। ਨਤੀਜਾ ਜਿਹੜਾ ਹੈ ਉਹ 6 ਜੂਨ 2025 ਨੂੰ ਵੇਖਾਂਗੇ। ਬਹੁਤ ਸ਼ੁਕਰੀਆ ਆਪਾਂ ਨੂੰ ਸਭ ਟਾਈਮ ਦੇਣ ਵਾਸਤੇ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਪਾਕਿਸਤਾਨ ਜ਼ਿੰਦਾਬਾਦ ਤੇ ਖਾਲਿਸਤਾਨ ਜ਼ਿੰਦਾਬਾਦ। ਇਹਦੇ ਨਾਲ ਹੀ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਨ।